कबीर सेवा को दोए भले एक संत एक राम। इस शब्द के तहत अज असी खड़े हाँ समालसर, जिथे समालसर समाज सेवी संस्था के नुमाइंदे साडे नाल मौजूद ने। राजू नूं तुसीं फेसबुक पेज ते जदों देखदे आ, समाज सेवी राजू समालसर दे नाल असीं उन्हां दी हर एक्टिविटियां हर गतिविधि उत्थे जाणदे आ, जिथे वो समाज सेवा नाल जुड़े हुए अपने काम करते आ ते उन्हां दीयां कुछ यादगारी तस्वीरां इस फेसबुक आई डी ते अपलोड करते हैं। साढ़े ना बलराज राजू जी ने ये अज विश्वकर्मा भवन जो समालसर दे विच आ, क्योंकि इत्थे जिहड़ी हैगी आ सेहत विभाग की अपनी एक संस्था जिहड़ी आ सेंटर आ उन्हां दी अपनी जिहड़ी बिल्डिंग आ वो निर्माण अधीन आ, क्योंकि उहदी खस्ता हालत सी ते पिछले कुछ समय तो जिहड़ी हैगी अपणीआं सेहत सेवावां विश्वकर्मा भवन दे विचों चलाईआं जांदियां। तो ये भी डॉक्टर साहबा ने सानू जानकारी दिंदे ये भी दस्सिया कि ਜਿਹੜੀਆਂ दवाइयां लिस्ट वाइज खत्म हो जाती है, इन्हां तो डिमांड के तौर पर मंगाईਆਂ ਜਾਂਦੀਆਂ ਤੇ गरीब लोगों ਨੂੰ ਜਿਹੜੇ ਮਹਿੰਗਾ ਇਲਾਜ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ नहीं करवा सकते ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਕਿਵੇਂ ਇਹ ਸੰਸਥਾ ਕੰਮ ਕਰਦੀ ਹੈ, किस तरह ਇਹਨਾਂ ਨੂੰ फंडिंग ਹੁੰਦੀ ਹੈ, ਕੀ ਮਨਸਾ ਹੁੰਦੀ ਹੈ ਇਹਨਾਂ ਦੀ ਇਸ ਵੇਲੇ ਦਵਾਈਆਂ ਜਾਂ ਮਰੀਜ਼ਾਂ ਦੀ ਸੇਵਾ ਕਰਕੇ, ਤੇ ਕਿਸ ਤਰ੍ਹਾਂ ਦੀ ਖੁਸ਼ੀ ਦੀ ਭਾਵਨਾ ਜਿਹੜੀ ਹੈ ਇਹਨਾਂ 'ਚ ਪੈਦਾ ਹੁੰਦੀ ਤੇ ਜਜ਼ਬਾ, ਉਹ ਸਾਰੀਆਂ ਗੱਲਾਂ ਕਰਾਂਗੇ। ਬਲਰਾਜ ਜੀ ਨੇ ਸਾਡੇ ਨੇ, राजू समाज सेवी समालसर संस्था तो। सो वैलकम करते सरपंच टूडे च बलराज जी होरां नूं। समालसर समाज सेवा समिति ਵੱਲੋਂ ਅਸੀਂ पिछले 20 साल तो काम कर रहे हैं। मैं डॉक्टर बलराज सिंह समालसर समाज सेवा समिति ਨੂੰ जो भी फंड ਜਾਂ ਦਵਾਈਆਂ ਹੀ ਲੈ ਕੇ ਦਿੰਦੇ ਹਸਪਤਾਲਾਂ ਨੂੰ, ਜਾਂ ਬਾਘੇ ਪੁਰਾਣੇ ਲੋੜ ਆ ਬਾਘੇ ਪੁਰਾਣੇ ਵੀ ਅਸੀਂ ਸਮਾਨ ਦਿੰਦੇ ਹਾਂ, ਕੋਈ ਚੀਜ਼ ਦੀ ਲੋੜ ਹੈ ਤੇ ਉਹ ਸਾਨੂੰ NRI ਵੀਰਾਂ ਤੋਂ ਦੇ ਸਹਿਯੋਗ ਨਾਲ ਹੀ ਹੈ। NRI ਵੀਰਾਂ ਤੋਂ ਫੰਡਿੰਗ ਹੁੰਦੀ, ਸਾਨੂੰ ਉਹ ਦਾਨ ਦਿੰਦੇ ਆ, ਜਾਂ ਕੋਈ ਪਿੰਡ ਦੇ ਦਾਨੀ ਸੱਜਣ ਹੈ ਉਹ ਦਾਨ ਦਿੰਦੇ ਆ, ਉਹਨਾਂ ਦੇ ਦਾਨ ਨਾਲ ਹੀ ਇਹ ਸੰਸਥਾ ਜਿਹੜੀ ਪਿਛਲੇ 20 ਸਾਲਾਂ ਤੋਂ ਦਿਨ ਪਰ ਰਾਤ ਸੇਵਾ ਕਰ ਰਹੀ ਹੈ। समाज सेवी संस्था समालसर जिहड़ी है पिछले 20 सालों तो अपनी सेवावां निभा रही है, तो ये किवें जिहड़ा हैगा फंड इन्हां नूं NRI दिंदे आ, ये की जिहड़ा हैगा अपना डिमांड करते हैं पुछते हैं। जदों समाज सेवी संस्थावां तुहानूं फंड दिंदियां तो तुसीं किस तरह का जिहड़ा प्रोजैक्ट जां किस तरह की अपनी ब्योतबंदी करके उन्हां नूं जानकारी दिंदे आ भी सानूं ये फंड की लोड़ है? ਜਿਵੇਂ ਅੱਖਾਂ ਦਾ ਕੈਂਪ ਲਾਉਣਾ ਜੀ, ਅੱਖਾਂ ਦੇ ਕੈਂਪ ਦੇ ਵਿੱਚ ਸਾਨੂੰ 25 ਤੋਂ 30 ਮਰੀਜ਼ 50 ਮਰੀਜ਼ਾਂ ਦੇ ਲਾਈਨ 'ਚ ਪਾਏ ਜਾਂਦੇ ਆ। ਉਹ ਪਿਛਲੇ ਸਾਲਾਂ ਦੇ ਵਿੱਚ ਦੱਸਦੇ ਤੁਹਾਨੂੰ, ਪਹਿਲਾਂ ਗੁਰਜੰਟ ਸਿੰਘ ਨੰਬਰਦਾਰ ਹੈ ਪਿੰਡ ਦੇ ਸਾਡੇ, ਉਹਨਾਂ ਨੇ ਆਪਦੇ ਬੇਟੇ ਦੀ ਯਾਦ 'ਚ ਕੈਂਪ ਲਵਾਇਆ, ਉਦੋਂ 50 ਲਾਈਨ 'ਚ ਪਵਾਏ। ਟੋਟਲ ਖਰਚਾ ਉਹਨਾਂ ਨੇ ਆਪ ਕੀਤਾ ਸੀਗਾ। ਉਸ ਤੋਂ ਬਾਅਦ ਨੱਥਾ ਸਿੰਘ ਢਾਲੀਵਾਲ ਦੇ ਪਰਿਵਾਰ ਵੱਲੋਂ ਉਹਨਾਂ ਨੇ 1 ਲੱਖ ਰੁਪਈਆ ਦਿੱਤਾ, ਉਹਦੇ ਵਿੱਚ 60 ਤੋਂ 65 ਲਾਈਨ 'ਚ ਪਵਾਏ ਗਏ ਸੀਗੇ, ਉਹ ਵੀ ਖਰਚਾ ਸਾਰਾ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਸਾਡੇ ਸੁਖਦੇਵ ਸਿੰਘ ਮਟਾਰ ਹੈ, 60 ਤੋਂ 70 ਲਾਈਨ 'ਚ ਉਹਨਾਂ ਨੇ ਪਵਾਏ, ਉਹ ਖਰਚਾ ਸਾਰਾ ਉਹਨਾਂ ਨੇ ਕੀਤਾ। ਅਸੀਂ ਤਾਂ ਸਿਰਫ ਉੱਥੇ ਵਰਕ ਕਰਦੇ ਹਾਂ। ਉਸ ਤੋਂ ਬਾਅਦ ਸਰਦਾਰ ਫੂਲਾ ਸਿੰਘ ਪ੍ਰਧਾਨ ਆ ਸਾਡੇ, ਉਹਨਾਂ ਨੇ ਆਪਦੇ ਘਰ ਵਾਲੀ ਦੇ ਯਾਦ ਦੇ ਵਿੱਚ ਕੈਂਪ ਲਵਾਇਆ ਪਿਛਲੇ ਸਾਲ ਹੀ, ਉਦੋਂ 60 ਲਾਈਨ 'ਚ ਪਵਾਏ। ਬਾਕੀ ਇਹ ਖੂਨਦਾਨ ਕੈਂਪ ਸਾਡੇ ਰੈਗੂਲਰ ਹੁਣ ਤੱਕ ਅਸੀਂ 20 ਖੂਨਦਾਨ ਕੈਂਪ ਲਾ ਚੁੱਕੇ ਹਾਂ। ਉਹ ਵੀ ਸਾਨੂੰ ਪਿੰਡ ਦੇ ਸਹਿਯੋਗ ਨਾਲ, ਪਿੰਡ ਦੇ ਮਦਦ ਨਾਲ, ਸੰਤ ਬਾਬਾ ਡੇਰਾ ਬਾਬਾ ਕੌਲਦਾਸ ਉਹਨਾਂ ਦਾ ਸਹਿਯੋਗ ਹੈ, ਉੱਥੇ ਹੀ ਕੈਂਪ ਲੱਗਦੇ ਆ। ਉੱਥੇ ਹੀ ਸਾਨੂੰ ਜਿਵੇਂ ਲੰਗਰ ਦੀ ਸਾਨੂੰ ਲੋੜ ਨਹੀਂ ਪੈਂਦੀ, ਉਹ ਸੰਤ ਦਿੰਦੇ ਆ। ਅਤੇ ਬਾਕੀ ਡੋਨਰਾਂ ਨੂੰ ਜਿਹੜੇ ਅਸੀਂ ਦਿੰਦੇ ਹਾਂ ਮੋਮੈਂਟੋ ਬਣਾ ਕੇ, ਉਹ ਅਸੀਂ ਪ੍ਰਾਈਵੇਟ ਹਸਪਤਾਲਾਂ ਤੋਂ ਲੈ ਲੈਂਦੇ ਹਾਂ, ਉੱਥੇ ਸਾਡਾ ਖਰਚਾ ਕੋਈ ਨਹੀਂ ਹੁੰਦਾ। ਜਾਣੀ ਕਿ ਦਰਸ਼ਕੋ, ਜਿੱਥੇ ਇਹ ਇਕੱਲਾ ਦਵਾਈਆਂ ਨਹੀਂ ਦਿੰਦੇ, ਉੱਥੇ ਕੈਂਪ ਲਾਉਂਦੇ ਆ, ਅੱਖਾਂ ਦਾ ਕੈਂਪ, ਖੂਨਦਾਨ ਕੈਂਪ। ਤੇ ਹੁਣ ਤੱਕ ਤੁਸੀਂ ਜਿਹੜੇ ਹੈਗੇ ਆ ਕੈਂਪ, ਇਹ ਖੂਨਦਾਨ ਕੈਂਪ ਕਿੰਨੇ ਲਾ ਚੁੱਕੇ ਆ? 20ਵਾਂ ਖੂਨਦਾਨ ਕੈਂਪ ਅਸੀਂ ਲਾ ਕੇ ਹਟੇ ਹਾਂ ਜੀ, ਲੋਕਡਾਊਨ ਤੋਂ 1 ਦਿਨ ਪਹਿਲਾਂ 21 ਮਾਰਚ ਨੂੰ ਲਾਇਆ ਸੀ, 22 ਨੂੰ ਲੋਕਡਾਊਨ ਹੋਇਆ, ਉਦੋਂ ਅਸੀਂ 80 ਯੂਨਿਟ ਦੇ ਚੁੱਕੇ ਹਾਂ। ਤੇ ਇੱਕ ਜਾਣਕਾਰੀ ਹੋਰ ਦਿਓ, ਜਿਵੇਂ ਤੁਸੀਂ ਦੱਸਿਆ ਸਮਾਲਸਰ ਆਪਦੇ ਇੱਥੇ ਦੇ ਜਿਹੜੇ ਸੈਂਟਰ ਨੂੰ ਦਵਾਈਆਂ ਦਿੰਦੇ ਹੋ, ਉਹਦੇ ਨਾਲ ਨਾਲ ਤੁਸੀਂ ਬਾਘੇ ਪੁਰਾਣੇ ਵੀ ਦਵਾਈਆਂ, ਬਾਘਾ ਪੁਰਾਣਾ ਤੇ ਸਮਾਲਸਰ ਦੇ ਨਾਲ ਨਾਲ ਹੋਰ ਜਿਹੜੇ ਸੈਂਟਰ ਆ ਉੱਥੇ ਵੀ ਦਵਾਈਆਂ ਪਹੁੰਚਦੀਆਂ ਕਰਦੇ ਆ ਕਿ ਇਕੱਲੇ 2 ਸੰਸਥਾਵਾਂ ਤੇ? ਇਕੱਲੇ ਸਮਾਲਸਰ ਨੂੰ ਦਿੰਦੇ, ਉੱਥੇ ਜਾਣੀ ਕਿ ਸਾਨੂੰ ਜਿਵੇਂ ਅਸੀਂ ਕੋਈ ਜਾਗਰੂਕਤਾ ਰੈਲੀ ਕਰਨੀ ਆ ਜਾਂ ਜਾਗਰੂਕਤਾ ਇਸ਼ਤਿਹਾਰ ਜਾਰੀ ਕਰਨੇ ਆ, ਉਹ SMO ਬਾਘਾ ਪੁਰਾਣਾ ਜਾ ਕੇ ਅਸੀਂ ਉੱਥੋਂ ਕਰਵਾਉਣੇ ਆ ਉਹਨਾਂ ਤੋਂ, ਜਾਂ ਸਿਵਲ ਸਰਜਨ ਮੋਗੇ ਤੋਂ ਕਰਵਾਉਣੇ ਜਾ ਕੇ ਜਾਰੀ, ਕਿਉਂਕਿ ਜਾਗਰੂਕਤਾ ਦੀ ਜ਼ਿਆਦਾ ਲੋੜ ਆ ਲੋਕਾਂ ਨੂੰ। ਜਾਗਰੂਕ ਹੋਣਗੇ ਤਾਂ ਫਿਰ ਹੀ ਬਿਮਾਰੀਆਂ ਨਾਲ ਲੜਿਆ ਜਾ ਸਕਦਾ।
ਜਿਵੇਂ ਤੁਸੀਂ ਦਵਾਈਆਂ ਇਹ ਲੈ ਕੇ ਦਿੰਦੇ ਆ, ਜਿਵੇਂ ਤੁਸੀਂ ਵੀ ਦੱਸਿਆ ਤੇ ਇਹ ਜਿਹੜਾ ਡਾਕਟਰ ਸਾਹਿਬਾਂ ਨੇ ਵੀ ਦੱਸਿਆ, ਤਾਂ ਜਿਹੜੀਆਂ ਦਵਾਈਆਂ ਤੁਹਾਨੂੰ ਲਿਖ ਕੇ ਦਿੱਤੀਆਂ ਜਾਂਦੀਆਂ ਵੀ ਆਹ ਦਵਾਈਆਂ ਦੀ ਲੋੜ ਆ ਤਾਂ ਸਾਨੂੰ ਲੈ ਕੇ ਦਿਓ, ਅਸੀਂ ਜਿਹੜਾ ਹੈਗਾ ਕੁਛ ਜਿਹੜੇ ਮਰੀਜ਼ ਆ ਸਾਡੇ ਉਹਨਾਂ ਨੂੰ ਦਵਾਈ ਚੱਲਦੀ ਆ, ਇਹ ਦਵਾਈਆਂ ਜਦੋਂ ਤੁਸੀਂ ਪ੍ਰਾਪਤ ਕਰਦੇ ਆ ਤੁਹਾਨੂੰ ਇਹ ਜਿਹੜੀਆਂ ਹੈਗਾ ਵੱਡੇ ਮੈਡੀਕਲ ਸਟੋਰ ਤੋਂ ਹੋਲਸੇਲ ਜਾਂ ਰਿਟੇਲ ਤੇ ਇਹ ਕਿਸ ਤਰ੍ਹਾਂ ਮਿਲਦੀਆਂ? ਹੋਲਸੇਲ ਦੇ ਵਿੱਚ ਸਾਨੂੰ ਘੱਟੋ ਘੱਟ 20 ਤੋਂ 30% ਲੈਸ ਦੇ ਦਿੰਦੇ ਜੀ। ਉਹ ਕਈ ਵਾਰੀ ਉਹ ਆਪਦੇ ਵੱਲੋਂ ਵੀ ਸੇਵਾ ਪਾ ਦਿੰਦੇ ਆ, ਉਹ ਵੀ ਅਸੀਂ ਲੈ ਆਉਣੇ ਉਹਨਾਂ ਤੋਂ। ਜਿਵੇਂ ਹੁਣ ਪਿਛਲੇ ਅਸੀਂ ਸਾਲ ਦੇ ਵਿੱਚ ਜਦੋਂ ਹੜ੍ਹ ਆਏ ਸੀਗੇ, ਉੱਥੇ ਅਸੀਂ ਮਲਸੀਆਂ ਦੇ ਵਿੱਚ ਜਾ ਕੇ ਕੈਂਪ ਲਾਇਆ ਸੀ। 2-3 ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾਏ ਸੀ, ਉਦੋਂ ਦਵਾਈਆਂ ਲੈ ਗਏ। ਉਦੋਂ ਸਾਨੂੰ ਮੈਡੀਕਲ ਸਟੋਰ ਵਾਲਿਆਂ ਨੇ ਵੀ ਫ੍ਰੀ ਦਿੱਤੀਆਂ ਸੀ ਦਵਾਈਆਂ। ਜਿਹੜੀ ਜਾਣੀ ਕਿ ਜਿਹੜਾ ਮਲਸੀਆਂ ਦੇ ਵਿੱਚ ਹੜ੍ਹ ਦੇ ਪੀੜਤਾਂ ਲਈ ਤੁਸੀਂ ਕੈਂਪ ਲਾਇਆ ਸੀ, ਸਾਰੀ ਦਵਾਈ ਮੈਡੀਕਲ ਸਟੋਰਾਂ ਨੇ ਤੁਹਾਨੂੰ ਫ੍ਰੀ ਦਿੱਤੀ। ਇਹ ਬਹੁਤ ਚੰਗੇ ਉਪਰਾਲੇ ਆ ਜੀ। ਜਦੋਂ ਅਸੀਂ ਸਮਾਜ ਸੇਵਾ ਲਈ ਨਿਕਲਦੇ ਹਾਂ, ਜਿਹੜੇ ਲੋਕ ਸਾਰਥਕ ਸੇਵਾ ਕਰਦੇ ਆ ਉਸ ਭੂਮਿਕਾ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੇ ਆ, ਸਮਾਜ ਦਾ ਇੱਕ ਨੁਮਾਇੰਦੇ ਦੇ ਤੌਰ ਤੇ, ਇੱਕ ਜਿਹੜਾ ਰੋਲ ਮਾਡਲ ਦੇ ਤੌਰ ਤੇ ਸਾਹਮਣੇ ਆਉਂਦੇ ਆ, ਉਹਨਾਂ ਨੂੰ ਸੰਸਥਾਵਾਂ ਦੇ ਨਾਲ ਨਾਲ ਵਪਾਰੀ ਲੋਕ ਵੀ ਸਹਿਯੋਗ ਕਰਦੇ ਆ। ਸੋ ਸਾਡੇ ਨਾਲ ਰਾਜੂ ਜੀ ਹੈਗੇ ਆ ਸਮਾਜ ਸੇਵੀ ਸਮਾਲਸਰ ਤੋਂ। ਹੋਰ ਤੁਸੀਂ ਜਿਹੜੇ ਹੈਗੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੋਰ ਵੀ ਕੰਮ ਕਰਦੀਆਂ, ਇਹਨਾਂ ਦੇ ਨਾਲ ਵੀ ਕੁਝ ਤਾਲਮੇਲ ਕਰਕੇ ਤੁਸੀਂ ਆਪਣੀ ਜਿਹੜੀਆਂ ਕੁਝ ਜਿਹੜੀਆਂ ਕੈਂਪ ਆ ਜਾਂ ਆਪਣੀਆਂ ਸੇਵਾਵਾਂ ਨਿਭਾਉਣੇ ਆ? ਹਾਂਜੀ ਹਾਂਜੀ, ਮੈਂ ਰੂਰਲ NGO ਬਲਾਕ ਬਾਘਾ ਪੁਰਾਣਾ ਦਾ ਪ੍ਰੈਜ਼ੀਡੈਂਟ ਹਾਂ ਜੀ। ਰੂਰਲ NGO ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਰਬੱਤ ਦਾ ਭਲਾ ਟਰੱਸਟ ਡਾਕਟਰ ਅਬਰਾਜ ਸਿੰਘ ਜੀ ਦਾ। ਉਹਨਾਂ ਦੇ ਵੀ ਪਿਛਲੇ ਦਿਨ ਅਸੀਂ ਪੈਨਸ਼ਨਾਂ ਵੰਡ ਕੇ ਪਿੰਡਾਂ ਦੇ ਵਿੱਚ, ਜਿਵੇਂ ਮਾਲਾ ਖੁਰਦ ਗਏ ਸੀਗੇ, ਉੱਥੇ ਪੈਨਸ਼ਨਾਂ ਵੰਡੀਆਂ। ਪੰਜ ਗਰਾਈ ਛੋਟੀ ਸਮਾਲਸਰ, ਬੰਬੀਹਾ ਭਾਈ, ਬਾਂਦਰ, ਮਾੜੀ ਅਤੇ ਵੈਰੋਕੇ। ਬਾਕੀ ਸਾਡੀ ਦੂਜੀ ਟੀਮ ਸੀ, ਸਾਡੇ ਰਣਜੀਤ ਸਿੰਘ ਸੀ ਮਾੜੀ ਮੁਸਤਫਾ ਤੋਂ, ਉਹਨਾਂ ਨੇ ਪਹਿਲੇ ਪਿੰਡ ਕਵਰ ਕੀਤੇ ਹੈ। ਅਵਤਾਰ ਸਿੰਘ ਘੋਲੀਆ ਸੀਗੇ ਸਾਡੇ, ਉਹਨਾਂ ਨੇ ਟਰੱਸਟ ਦੇ ਹੀ ਸਾਡੇ, ਉਹਨਾਂ ਨੇ ਜਿਵੇਂ ਸਮਾਧ ਭਾਈ, ਪੂਰਾ ਬਲਾਕ ਅਸੀਂ ਕਵਰ ਕੀਤਾ ਉਹਦਾ। ਜਿਵੇਂ ਰਾਜੂ ਜੀ ਤੁਸੀਂ ਦੱਸਿਆ ਵੀ ਸਰਬੱਤ ਦਾ ਭਲਾ ਟਰੱਸਟ ਦੀ ਜਿਹੜੀ ਹੈਗੀ ਆ ਕਾਰਵਾਈ ਤਹਿਤ ਤੁਸੀਂ ਪੈਨਸ਼ਨਾਂ ਵੀ ਵੰਡੀਆਂ, ਇਹ ਕੀ ਫਾਰਮੈਟ ਆ, ਇਹ ਕੀ ਜਿਹੜਾ ਪੈਨਸ਼ਨਾਂ ਦਾ ਜਿਹੜਾ ਵੰਡਣ ਦਾ ਇਹ ਕੀ ਆ? ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਖੁੱਲ੍ਹ ਕੇ ਜਾਣਕਾਰੀ ਦਿਓ ਵਿਸਤਾਰ ਤੇ। ਪੈਨਸ਼ਨਾਂ ਅਬਰਾਜ ਸਾਹਿਬ ਨੇ ਪਿਛਲੇ 2-3 ਸਾਲ ਤੋਂ ਵੰਡ ਰਹੇ ਆ ਉਹ ਪੈਨਸ਼ਨਾਂ। 500 ਰੁਪਈਆ ਹੈਂਡੀਕੈਪਟ ਅਤੇ ਜਾਂ ਜਿਹੜੀਆਂ ਵਿਧਵਾ ਔਰਤਾਂ, ਉਹਨਾਂ ਦੀਆਂ ਪਿੰਡਾਂ ਦੇ ਵਿੱਚੋਂ ਚੋਣ ਕਰਕੇ ਲਾਈਆਂ। ਕਿਸੇ ਪਿੰਡ 'ਚੋਂ 5 ਹੈ, ਕਿਸੇ 'ਚੋਂ 4 ਹੈ। ਸਾਡੇ ਬਾਘੇ ਪੁਰਾਣੇ ਬਲਾਕ ਦੀਆਂ 32 ਪੈਨਸ਼ਨਾਂ ਸੀਗੀਆਂ। ਉਹਨਾਂ ਨੂੰ ਅਸੀਂ ਪਹਿਲਾਂ ਤਾਂ 500 ਰੁਪਏ ਦਿੰਦੇ ਹੁੰਦੇ, ਹੁਣ 2 ਮਹੀਨਿਆਂ ਦੀ ਪੈਨਸ਼ਨ 1-1000 ਰੁਪਏ ਦਿੱਤਾ ਉਹਨਾਂ ਨੂੰ। 1000 ਦਾ ਚੈੱਕ ਅਬਰਾਜ ਸਾਹਿਬ ਨੇ 20 ਕਿਲੋ ਰਾਸ਼ਨ ਭੇਜਿਆ ਸੀ, ਉਹ 20 ਕਿਲੋ ਰਾਸ਼ਨ ਅਸੀਂ ਪਹੁੰਚਦਾ ਕੀਤਾ ਘਰਾਂ ਦੇ ਵਿੱਚ ਜਾ ਕੇ। ਦੋਸਤੋ ਤੁਹਾਨੂੰ ਜਾਣਕਾਰੀ ਦੇ ਦਈਏ, ਸਰਬੱਤ ਦਾ ਭਲਾ ਜਿਹੜਾ ਟਰੱਸਟ ਚਲਾ ਰਹੇ ਆ ਓਬਰਾਏ ਜੀ ਇੰਟਰਨੈਸ਼ਨਲ ਪੰਜਾਬੀ ਨੇ, ਪੰਜਾਬ ਦਾ ਅਤੇ ਪੰਜਾਬੀਆਂ ਦਾ ਬਹੁਤ ਮਾਣ ਵਧਾਇਆ। ਉਹ ਸੰਸਥਾ ਦੇ ਨਾਲ ਰਾਜੂ ਹੋਰੀ ਜੁੜੇ ਆ। ਪਿੰਡਾਂ ਦੇ ਵਿੱਚ ਉਹ ਜਿਹੜੇ ਹੈਗੇ ਆ ਸਰਚ ਕਰਦੇ ਆ ਇੱਕ ਤਰ੍ਹਾਂ ਦਾ, ਜਿਹੜੇ ਲੋਕ ਲੋੜਵੰਦ ਆ, ਹੈਂਡੀਕੈਪ ਹੈਗੇ ਆ, ਉਹਨਾਂ ਨੂੰ ਪੈਨਸ਼ਨਾਂ ਲਾ ਕੇ ਦਿੰਦੇ ਆ। ਨਾਲ ਦੀ ਨਾਲ ਪਿਛਲੇ ਲੋਕਡਾਊਨ ਦੇ ਦਰਮਿਆਨ ਰਾਸ਼ਨ ਵੀ ਤਕਸੀਮ ਕੀਤਾ। ਇਹ ਸਮਾਜ ਸੇਵੀ ਸੰਸਥਾਵਾਂ ਉਹਦੇ ਵਿੱਚ ਸਹਿਯੋਗ ਕਰਦੀਆਂ। ਓਬਰਾਏ ਜੀ ਜਿਹੜੇ ਹੈਗੇ ਆ ਬਹੁਤ ਮਹਾਨ ਸ਼ਖਸੀਅਤ ਆ ਜਿਨ੍ਹਾਂ ਦੇ ਨਾਲ ਜੁੜ ਕੇ। ਅਤੇ ਇਹ ਜਾਣਕਾਰੀ ਇਹ ਵੀ ਦਿਓ ਵੀ ਜਿਹੜੇ ਪਿੰਡਾਂ ਦੇ ਵਿੱਚ ਮਿਸਟਰ ਓਬਰਾਏ ਦੀ ਜਿਹੜੀ ਆ ਸੇਵਾ ਨਹੀਂ ਪਹੁੰਚ ਰਹੀ ਜਾਂ ਉਹਨਾਂ ਤੱਕ ਤਾਲਮੇਲ ਨਹੀਂ, ਉਹ ਲੋਕ ਕਿਵੇਂ ਜੁੜ ਸਕਦੇ ਆ ਸਰਬੱਤ ਦਾ ਭਲਾ ਟਰੱਸਟ ਦੀ ਜਾਂ ਸਹੂਲਤਾਂ ਲੈਣ ਵਾਸਤੇ? ਉਹ ਮੋਗੇ ਦੇ ਵਿੱਚ ਸਰਬੱਤ ਦਾ ਭਲਾ ਟਰੱਸਟ ਦਾ ਦਫ਼ਤਰ ਆ ਜੀ, ਦਫ਼ਤਰ ਦੇ ਵਿੱਚ ਉੱਥੇ ਕੰਟੈਕਟ ਕਰ ਸਕਦੇ ਆ। ਉੱਥੇ ਜਾਂ ਕਿਸੇ ਨੂੰ ਪੈਨਸ਼ਨ ਦੀ ਜਾਂ ਫਾਰਮ, ਜਦੋਂ ਫਾਰਮਾਂ ਦੀ ਉੱਥੋਂ ਡਿਮਾਂਡ ਆਉਂਦੀ ਹੈ ਸਾਨੂੰ, ਅਸੀਂ ਉਹਨਾਂ ਨੂੰ ਲੋਕਾਂ ਨੂੰ ਦੱਸਦੇ ਹਾਂ ਵੀ ਹੁਣ ਪੈਨਸ਼ਨਾਂ ਲੱਗੀਆਂ ਨੇ, ਫਾਰਮ ਭਰੇ ਜਾਣਗੇ। ਲੋੜਵੰਦ ਜਿਹੜੇ ਵਾਕਈ ਲੋੜਵੰਦ ਆ ਜਿਹੜੇ, ਉਹਨਾਂ ਨੂੰ ਹੀ ਪੈਨਸ਼ਨ ਲਾਈ ਜਾਂਦੀ ਹੈ। ਜਿਹੜੇ ਲੋੜਵੰਦ ਆ ਸਰਬੱਤ ਦਾ ਭਲਾ ਉਹਨਾਂ ਨੂੰ ਜਿਹੜਾ ਨਿਰੀਖਣ ਕਰਨ ਤੋਂ ਬਾਅਦ ਪੈਨਸ਼ਨ ਲਾਉਂਦਾ। ਤੁਸੀਂ ਹੁਣ ਜਿਹੜਾ ਹੈਗਾ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਲਏ ਲੋਕ ਜਾਂ ਲੋੜਵੰਦ ਲੋਕ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਪੰਚ ਟੂਡੇ ਦੇ ਮਾਧਿਅਮ ਰਾਹੀਂ? ਉਹਨਾਂ ਨੂੰ ਤਾਂ ਇਹੀ ਦੇਣੇ ਵੀ ਸਮਾਜ ਸੇਵਾ ਸਭ ਤੋਂ ਵਧੀਆ ਸੇਵਾ ਹੈ। ਸਮਾਜ ਸੇਵਾ ਦੇ ਨਾਲ, ਕਿਉਂਕਿ ਜੇ ਸਮਾਜ ਸੇਵਾ ਅਸੀਂ ਕਰਦੇ ਹਾਂ ਤਾਂ ਪਿੰਡ ਦੇ ਵਿੱਚੋਂ ਉੱਪਰ ਜਾ ਸਕਦੇ ਹਾਂ ਅਸੀਂ, ਠੀਕ ਹੈ ਨਾ। ਸਮਾਜ ਸੇਵਾ ਦੇ ਨਾਲ ਨਾਲ ਜਿਵੇਂ ਲੋੜਵੰਦ ਦਾ ਕਿਸੇ ਦਾ ਇਲਾਜ ਕਰਵਾਤਾ, ਕਿਸੇ ਕੋਲ ਪੈਸੇ ਹੈ ਨਹੀਂ ਗੇ, ਕਿਸੇ ਨੂੰ ਸਰਕਾਰੀ, ਇਹ ਨਹੀਂ ਅਸੀਂ ਕਹਿੰਦੇ ਪ੍ਰਾਈਵੇਟ, ਅਸੀਂ ਕਹਿੰਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਣ ਦਾ ਸਾਡਾ ਫਰਜ਼ ਹੈ। ਸਰਕਾਰ ਦੇ ਹਸਪਤਾਲਾਂ ਦੇ ਵਿੱਚ ਸਾਰੀਆਂ ਸਹੂਲਤਾਂ ਸਭ ਕੁਛ ਮਿਲ ਰਿਹਾ, ਦਵਾਈਆਂ ਮਿਲ ਰਹੀਆਂ, ਠੀਕ ਹੈ ਜੀ। ਅੱਛਾ, ਇਹ ਵੀ ਦੱਸੋ ਹੁਣ ਜਾਣਕਾਰੀ, ਚਲੋ ਗੱਲ ਚੱਲਦੇ ਅੱਗੇ ਇੱਕ ਗੱਲ ਹੋਰ ਨਿਕਲੀ, ਜਿਹੜੀਆਂ ਤੁਸੀਂ ਸਰਕਾਰੀ ਹਸਪਤਾਲਾਂ ਨਾਲ ਮਿਲ ਕੇ ਜੋ ਸੇਵਾਵਾਂ ਵੀ ਦਿੰਦੇ ਆ, ਅਤੇ ਉੱਥੇ ਜਿਹੜੇ ਮਰੀਜ਼ਾਂ ਦੇ ਲਈ ਸਹੂਲਤਾਂ ਹੈਗੀਆਂ, ਜਿਵੇਂ ਬੀਮਾ ਸਹੂਲਤ ਹੈਗੀ ਆ ਕਿਸੇ ਕਿਸਮ ਦਾ ਜਿਹੜਾ ਹੈਗਾ ਇਲਾਜ ਕਰਾਉਣ ਵਾਸਤੇ, ਉੱਥੇ ਵੀ ਫਿਰ ਤੁਸੀਂ ਪਹੁੰਚ ਬਣਾਉਣੇ ਆਪਣੀ ਸੰਸਥਾ ਦੇ ਤਹਿਤ? ਹਾਂਜੀ ਹਾਂਜੀ, ਹੁਣ ਮੈਂ ਕੱਲ੍ਹ ਹੀ 2 ਗੋਡਿਆਂ ਦੇ ਆਪਰੇਟ ਕਰਵਾ ਕੇ ਹਟਿਆ। ਆਯੁਸ਼ਮਾਨ ਭਾਰਤ ਜਿਹੜਾ ਮੋਦੀ ਦੀ ਸਕੀਮ ਚੱਲ ਰਹੀ ਹੈ, ਉਹਨਾਂ ਵਿੱਚ 2 ਦੇ ਕੱਲ੍ਹ ਆਪਰੇਸ਼ਨ ਹੋਏ ਆ।
ਇਹ ਤੁਸੀਂ ਸਰਕਾਰੀ ਹਸਪਤਾਲ ਦੇ ਤਹਿਤ ਸਰਕਾਰੀ ਦੇ ਵਿੱਚ ਨਹੀਂ ਹੋਏ, ਸਰਕਾਰੀ 'ਚ ਮਨਜ਼ੂਰੀ ਲੈ ਕੇ ਉਹਨਾਂ ਦੇ ਕਰਵਾਏ ਪ੍ਰਾਈਵੇਟ ਦੇ ਵਿੱਚ। ਜਿਵੇਂ ਅਲਾਇੰਸ ਕਰਦੇ ਆ ਜੀ, ਸਰਕਾਰੀ ਹਸਪਤਾਲ 'ਚ ਜੇ ਕਿਸੇ ਕਿਸਮ ਦੀ ਮਸ਼ੀਨਰੀ ਨਹੀਂ ਹੈਗੀ ਤਾਂ ਪ੍ਰਾਈਵੇਟ ਹਸਪਤਾਲ ਆ ਜਿਹੜੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਹ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦਾ ਸਰਬੱਤ ਦਾ ਭਲਾ ਜਿਹੜਾ ਬੀਮਾ ਯੋਜਨਾ ਤੇ ਉਹਦੇ ਤਹਿਤ ਜਿਹੜੇ ਹੈਗੇ ਕੇਂਦਰ ਸਰਕਾਰ ਦਾ ਆਪਣਾ ਜਿਹੜਾ ਫਾਰਮੈਟ ਆ ਉਹਦੇ ਤਹਿਤ ਜਿਹੜਾ ਗੋਡੇ ਬਦਲਾਉਣ ਦੀ ਗੱਲ ਕੀਤੀ ਆ ਰਾਜੂ ਸਮਾਲਸਰ ਹੋਰਾਂ ਨੇ। ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਯੋਜਨਾਵਾਂ ਦਾ ਲਾਭ ਉਠਾਉਣ ਲਈ ਅਵੇਅਰਨੈਸ ਵੀ ਇੱਕ ਤਰ੍ਹਾਂ ਦੀ ਕਰਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਹੋਰ ਸ਼ਖਸੀਅਤਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸਰਪੰਚ ਟੂਡੇ ਦੇ ਲਈ ਸਮਾਲਸਰ ਤੋਂ ਮੈਂ ਨਿਰਮਲ ਕਲਿਆਣ, ਸ਼ਿੰਦਰਪਾਲ ਰਾਜਿਆਣਾ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਮੈਂ ਪਾਲ ਕੌਰ ANM ਸਬ ਸੈਂਟਰ ਸਮਾਲਸਰ ਜੀ। ਜਿਹੜੀ ਅੱਜ ਕੱਲ੍ਹ ਹੁਣ ਹੈਲਥ ਵੈਲਨੈਸ ਕਲੀਨਿਕ ਸਮਾਲਸਰ ਬਣ ਗਿਆ ਹੈ ਜੀ। ਸਾਡੀ ਬਿਲਡਿੰਗ ਸਰਕਾਰੀ ਪਹਿਲਾਂ ਸੇਖਾ ਰੋਡ 'ਤੇ ਹੈ ਜੀ, ਉਹਦੀ ਕੰਸਟਰਕਸ਼ਨ ਚੱਲਣੀ ਸੀ, ਇਸ ਕਰਕੇ ਅਸੀਂ ਵਿਸ਼ਕਰਮਾ ਭਵਨ ਵਿੱਚ ਬੈਠੇ ਹਾਂ ਜੀ। ਸਾਨੂੰ ਅੱਜ ਸਮਾਜ ਸੇਵੀ ਸੰਸਥਾ ਦੇ ਮੈਂਬਰ ਜਿਹੜੇ ਆ ਕੁਝ ਕੁ ਮੈਡੀਸਨ ਦੇਣ ਵਾਸਤੇ ਆਏ ਹੈਗੇ ਜੀ। ਅਤੇ ਜਦੋਂ ਦੀ ਮੈਂ ਇੱਥੇ ਆਈ ਹਾਂ ਜੀ, ਲਗਭਗ ਸੰਨ 90 ਤੋਂ ਇਹ ਸਾਡੀ ਮਦਦ ਕਰ ਰਹੇ ਆ ਜੀ। ਜਦੋਂ ਕੋਈ ਵੀ ਕੰਮ ਹੁੰਦਾ, ਕੋਈ ਵੀ, ਮੈਂ ਇਹਨਾਂ ਨੂੰ ਕਾਲ ਕਰਦੀ ਹਾਂ ਤਾਂ ਮੇਰੇ ਨਾਲ ਇਹ ਮਿਲ ਕੇ ਕੰਮ ਕਰਦੇ ਆ ਜੀ। ਪਹਿਲਾਂ ਪਲਸ ਪੋਲੀਓ ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਕੰਮ ਚੱਲਦਾ ਜੀ, ਮੈਂ ਇਹਨਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦੀ ਜੀ। ਜਿਹੜੀ ਇਹ ਮੈਡੀਸਨ ਦਿੰਦੇ ਆ ਜੀ, ਇਹ ਅਸੀਂ ਮਤਲਬ ਜਿਹੜੇ ਵੀ ਪੇਸ਼ੈਂਟ ਆਉਂਦੇ ਆ ਗਰੀਬ, ਉਹਨਾਂ ਨੂੰ ਦਿੱਤੀ ਜਾਂਦੀ ਹੈ, ਕਿਉਂਕਿ ਸਰਕਾਰ ਵੱਲੋਂ ਕੋਈ ਸਾਨੂੰ ਜਿਹੜੀ ਜਿੰਨੀ ਕੁ ਮੈਡੀਸਨ ਮਿਲਦੀ ਹੈਗੀ ਆ, ਕੁਛ ਕੁ ਉਹ ਹੁੰਦੀ ਹੈ ਜੀ, ਕੁਛ ਕੁ ਇਹਨਾਂ ਵੱਲੋਂ ਸਾਨੂੰ ਦਿੱਤੀ ਜਾਂਦੀ ਆ। ਰਲ ਮਿਲਾ ਕੇ ਟੋਟਲ ਜਿੰਨੀ ਮੈਡੀਸਨ ਹੁੰਦੀ ਆ ਉਹ ਗਰੀਬ ਪੇਸ਼ੈਂਟਸ ਨੂੰ ਦਿੱਤੀ ਜਾਂਦੀ ਹੈਗੀ ਹੈ ਜੀ। ਸਾਡੇ ਕੋਲ ਪੇਸ਼ੈਂਟ ਕਾਫੀ ਮਤਲਬ ਕਿ ਲਗਭਗ 30-35 ਪੇਸ਼ੈਂਟ ਰੋਜ਼ ਦੇ ਆ ਜਾਂਦੇ ਹੈਗੇ ਜੀ। ਅਸੀਂ ਇਹ ਮੈਡੀਸਨ ਜਿਹੜੀ ਹੈਗੀ ਆ ਉਹਨਾਂ ਲੋਕਾਂ ਨੂੰ ਦਿੰਦੇ ਹੈਗੇ ਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਮੀਤ ਕੌਰ ਆ। ਮੈਂ ਕਮਿਊਨਿਟੀ ਹੈਲਥ ਆਫਿਸਰ ਹਾਂ। ਮੈਂ 6 ਮੰਥ ਤੋਂ ਇੱਥੇ ਜੋਬ ਕਰ ਰਹੀ ਹਾਂਗੀ ਲਾਸਟ। ਅਤੇ ਇਹ ਸਾਰੇ ਸਮਾਜ ਸੇਵੀ ਸੰਸਥਾ ਸਾਡੀ ਬਹੁਤ ਹੈਲਪ ਕਰਦੇ ਨੇ। ਅਤੇ ਜਦੋਂ ਸਾਨੂੰ ਮੈਡੀਸਨ ਖਤਮ ਹੋ ਜਾਂਦੀ ਆ, ਅਸੀਂ ਇਹਨਾਂ ਨੂੰ ਇੱਕ ਲਿਸਟ ਬਣਾ ਕੇ ਦਿੰਦੇ ਹਾਂਗੇ, ਜਿਹਦੇ ਅਕੋਰਡਿੰਗ ਇਹ ਸਾਨੂੰ ਮੈਡੀਸਨ ਜਿਹੜੀ ਹੈਗੀ ਪ੍ਰੋਵਾਈਡ ਕਰਦੇ ਨੇ ਅਤੇ ਜਿਹੜੀ ਪੂਅਰ ਪੀਪਲ ਦੇ ਵਿੱਚ ਡਿਸਟਰੀਬਿਊਟ ਕੀਤੀ ਜਾਂਦੀ ਹੈ। ਧੰਨਵਾਦ।